ਸਾਲ 1998 ਜਦੋਂ ਰਾਜਸਥਾਨ ਦੇ ਪੋਖਰਨ ਦੇ ਵਿੱਚ ਭਾਰਤੀ ਅਫੀਸ਼ੀਅਲ ਇੱਕ ਨਿਊਕਲੀਅਰ ਬੰਬ ਦੀ ਟੈਸਟਿੰਗ ਦੇ ਲਈ ਇੱਕ ਸਾਈਟ ਦੇ ਉੱਪਰ ਕੰਮ ਕਰ ਰਹੇ ਸੀ ਤਾਂ ਓਵਰਲੋਡਿੰਗ ਹੋਣ ਦੇ ਕਰਕੇ ਨਾ ਉੱਥੇ ਲਾਈਟ ਚਲੀ ਜਾਂਦੀ ਆ ਤੇ ਜਿਸ ਸਮੇਂ ਇਹ ਲਾਈਟ ਗਈ ਸੀ ਨਾ ਸਹੀ ਉਸੇ ਹੀ ਸਮੇਂ ਅਮਰੀਕਾ ਦਾ ਇੱਕ ਸੈਟੇਲਾਈਟ ਪੋਖਰਨ ਦੇ ਉੱਪਰੋਂ ਦੀ ਲੰਘ ਰਿਹਾ ਹੁੰਦਾ ਤੇ ਜਦੋਂ ਹੀ ਓਵਰਲੋਡਿੰਗ ਦੀ ਪ੍ਰੋਬਲਮ ਨੂੰ ਫਿਕਸ ਕਰਕੇ ਦੁਬਾਰਾ ਤੋਂ ਲਾਈਟ ਨੂੰ ਔਨ ਕੀਤਾ ਜਾਂਦਾ ਤਾਂ ਭਾਰਤ ਦੇ ਅਫੀਸ਼ੀਅਲਸ ਨੂੰ ਪਤਾ ਲੱਗਦਾ ਇਸ ਸੈਟੇਲਾਈਟ ਦੇ ਬਾਰੇ ਕਿਉਂਕਿ ਅਮਰੀਕਾ ਲਗਾਤਾਰ ਇਹ ਪ੍ਰੋਗਰਾਮ ਦੇ ਉੱਪਰ ਨਿਗਾਹ ਰੱਖ ਰਿਹਾ ਸੀ ਤੇ ਜੇਕਰ ਓਵਰਲੋਡਿੰਗ ਦੇ ਕਰਕੇ ਇਹ ਪਾਵਰ ਬੰਦ ਨਾ ਹੁੰਦੀ ਤਾਂ ਹੋ ਸਕਦਾ ਸੀ ਕਿ ਭਾਰਤ ਦਾ ਇਹ ਮਿਸ਼ਨ ਐਕਸਪੋਜ਼ ਹੋ ਜਾਂਦਾ। ਇਸ ਤਰੀਕੇ ਦੇ ਨਾਲ ਕਈ ਵਾਰੀ ਭਾਰਤ ਅਮਰੀਕਾ ਦੇ ਇਹਨਾਂ ਸੈਟੇਲਾਈਟ ਤੋਂ ਬਚਦਾ ਰਿਹਾ ਪਰ ਕਿਉਂ ਅਮਰੀਕਾ ਭਾਰਤ ਨੂੰ ਇਹ ਨਿਊਕਲੀਅਰ ਬੰਬ ਦੀ ਟੈਸਟਿੰਗ ਕਰਨ ਤੋਂ ਰੋਕ ਰਿਹਾ ਸੀ? ਕਿਉਂ ਅਮਰੀਕਾ ਤੇ ਦੂਜੇ ਦੇਸ਼ ਭਾਰਤ ਦੇ ਉੱਪਰ ਦਬਾਅ ਬਣਾ ਰਹੇ ਸੀ ਕਿ ਉਹ ਆਪਦਾ ਨਿਊਕਲੀਅਰ ਟੈਸਟ ਨਾ ਕਰੇ ਤੇ ਇਹਦੇ ਤੋਂ ਇਲਾਵਾ ਫਿਰ ਇੰਨੇ ਦੇਸ਼ਾਂ ਦੀ ਅੱਖ ਤੋਂ ਬਚ ਕੇ ਕਿਸ ਤਰੀਕੇ ਦੇ ਨਾਲ ਭਾਰਤ ਨੇ ਆਪਦਾ ਨਿਊਕਲੀਅਰ ਟੈਸਟ ਕੀਤਾ ਸੀ? ਅੱਜ ਦੀ ਬਹੁਤ ਹੀ ਇੰਟਰਸਟਿੰਗ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਦੇ ਨਿਊਕਲੀਅਰ ਟੈਸਟ ਦੇ ਬਾਰੇ। Today at 15:45 hours, India conducted 3 underground nuclear tests in the Pokhran range. Pakistan, China, the United States of America and several other countries sharply reacted to the Indian nuclear tests. Just last week, India conducted a series of nuclear explosive tests. So again, I ask India to halt its nuclear weapons. ਫਿਰ ਹੁਣ ਚਾਹੇ ਰਸ਼ੀਆ ਯੂਕਰੇਨ ਵਾਰ ਹੋਵੇ ਜਾਂ ਚਾਈਨਾ ਤੇ ਤਾਇਵਾਨ ਦਾ ਕਨਫਲਿਕਟ ਹੋਵੇ ਜਾਂ ਇੰਡੀਆ ਪਾਕਿਸਤਾਨ ਦਾ ਕਿਸੇ ਗੱਲੋਂ ਝਗੜਾ ਹੋਵੇ, ਜਦੋਂ ਵੀ ਕਿਸੇ ਵੀ ਦੇਸ਼ ਦਾ ਦੂਜੇ ਦੇਸ਼ ਨਾਲ ਰੌਲਾ ਪੈਂਦਾ ਤੇ ਜੇਕਰ ਕੋਈ ਤੀਜੀ ਸੰਸਾਰ ਜੰਗ ਦੇ ਬਾਰੇ ਗੱਲ ਕਰਦਾ ਤਾਂ ਹਰ ਇੱਕ ਬੰਦਾ ਇਹੀ ਅਨੁਮਾਨ ਲਾਉਂਦਾ ਕਿ ਜਿਹੜੀ ਵੀ ਤੀਜੀ ਸੰਸਾਰ ਜੰਗ ਹੋਊਗੀ ਇਹ ਇੱਕ ਨਿਊਕਲੀਅਰ ਵਾਰ ਹੋਊਗੀ। ਇਸੇ ਹੀ ਗੱਲ ਦੇ ਕਰਕੇ ਜਿੰਨੇ ਵੀ ਦੁਨੀਆ ਦੇ ਪਾਵਰਫੁਲ ਦੇਸ਼ ਆ ਉਹਨਾਂ ਦੇ ਵਿੱਚ ਨਿਊਕਲੀਅਰ ਬੰਬ ਨੂੰ ਬਣਾਉਣ ਦੀ ਇੱਕ ਰੇਸ ਲੱਗੀ ਹੋਈ ਆ ਤੇ ਇੰਡੀਆ ਨੇ ਉਹਨਾਂ ਸਮਿਆਂ ਦੇ ਵਿੱਚ ਆਪਦਾ ਨਿਊਕਲੀਅਰ ਟੈਸਟ ਕੀਤਾ ਸੀ ਜਦੋਂ ਇਕਨੋਮੀ ਡਾਵਾਂਡੋਲ ਸੀ ਤੇ ਲਗਾਤਾਰ ਯੂਐਸ ਇੰਡੀਆ ਦੇ ਉੱਪਰ ਪ੍ਰੈਸ਼ਰ ਬਣਾ ਰਿਹਾ ਸੀ ਕਿ ਉਹ ਆਪਦੀ ਨਿਊਕਲੀਅਰ ਟੈਸਟਿੰਗ ਨਾ ਕਰੇ। ਇੱਥੋਂ ਤੱਕ ਕਿ ਇੰਡੀਆ ਨੂੰ ਧਮਕੀ ਵੀ ਦਿੱਤੀ ਸੀ ਯੂਐਸ ਨੇ ਕਿ ਉਹ ਇੰਡੀਆ ਦੇ ਉੱਪਰ ਇੱਕ ਨਿਊਕਲੀਅਰ ਅਟੈਕ ਕਰਨਗੇ ਜੇਕਰ ਇੰਡੀਆ ਨੇ ਆਪਦਾ ਨਿਊਕਲੀਅਰ ਟੈਸਟ ਕੀਤਾ। ਹਾਲਾਂਕਿ ਇੰਨੇ ਪ੍ਰੈਸ਼ਰ ਦੇ ਬਾਵਜੂਦ ਵੀ ਨਾ ਸਿਰਫ ਇੰਡੀਆ ਨੇ ਆਪਦਾ ਨਿਊਕਲੀਅਰ ਟੈਸਟ ਕੀਤਾ ਬਲਕਿ ਆਪਦੇ ਸਾਰੇ ਵਿਰੋਧੀਆਂ ਨੂੰ ਵੀ ਜਵਾਬ ਦਿੱਤਾ ਤੇ ਦੁਨੀਆ ਦਾ 6ਵਾਂ ਅਜਿਹਾ ਦੇਸ਼ ਬਣ ਗਿਆ ਜਿਹਦੇ ਕੋਲ ਆਪਦਾ ਨਿਊਕਲੀਅਰ ਬੰਬ ਸੀ। ਪਰ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਇੰਡੀਆ ਨੂੰ ਇੱਕ ਨਿਊਕਲੀਅਰ ਪਾਵਰ ਬਣਨ ਦੀ ਕਿਉਂ ਜ਼ਰੂਰਤ ਸੀ, ਕਿਉਂ ਇੰਨੇ ਪ੍ਰੈਸ਼ਰ ਦੇ ਬਾਵਜੂਦ ਵੀ ਇੰਡੀਆ ਨੇ ਆਪਦਾ ਨਿਊਕਲੀਅਰ ਟੈਸਟ ਕੀਤਾ, ਤਾਂ ਇਹ ਜਾਣਨ ਦੇ ਲਈ ਆਪਾਂ ਨੂੰ ਥੋੜੇ ਕੁ ਸਾਲ ਪਿੱਛੇ ਜਾਣਾ ਪਊ ਜਦੋਂ ਸਾਲ 1945 ਦੇ ਵਿੱਚ ਸੈਕੰਡ ਵਰਲਡ ਵਾਰ ਦੇ ਦੌਰਾਨ 6 ਤੇ 9 ਅਗਸਤ ਨੂੰ ਅਮਰੀਕਾ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਉੱਪਰ ਨਿਊਕਲੀਅਰ ਬੰਬ ਸੁੱਟਦਾ। ਤਾਂ ਪਹਿਲੀ ਵਾਰੀ ਦੁਨੀਆ ਦੇ ਪ੍ਰਮੁੱਖ ਨੇਤਾਵਾਂ ਨੇ ਇਸ ਨਿਊਕਲੀਅਰ ਬੰਬ ਦੀ ਪਾਵਰ ਦੇਖੀ ਸੀ ਤੇ ਉਦੋਂ ਬਾਅਦ ਹੀ ਲਗਾਤਾਰ ਹਰ ਇੱਕ ਦੇਸ਼ ਇਸ ਗੱਲ ਦੇ ਪਿੱਛੇ ਭੱਜ ਰਿਹਾ ਸੀ ਕਿ ਉਹਨੇ ਵੀ ਇੱਕ ਨਿਊਕਲੀਅਰ ਪਾਵਰ ਬਣਨਾ। ਇਸੇ ਹੀ ਗੱਲ ਦੇ ਕਰਕੇ ਉਸ ਸਮੇਂ ਦਾ ਦੂਜਾ ਸਭ ਤੋਂ ਪਾਵਰਫੁਲ ਦੇਸ਼ ਸੋਵੀਅਤ ਸੰਘ ਸਾਲ 1949 ਦੇ ਵਿੱਚ ਨਿਊਕਲੀਅਰ ਪਾਵਰ ਬਣ ਜਾਂਦਾ ਤੇ ਇਹਨਾਂ ਦੋਨੇ ਦੇਸ਼ਾਂ ਦੇ ਪਿੱਛੇ ਹੀ ਯੂਕੇ, ਫਰਾਂਸ ਤੇ ਚਾਈਨਾ ਵੀ ਨਿਊਕਲੀਅਰ ਪਾਵਰ ਬਣ ਜਾਂਦੇ ਆ ਤੇ ਜਦੋਂ ਹੀ ਸਾਲ 1964 ਦੇ ਵਿੱਚ ਚੀਨ ਵੀ ਇੱਕ ਨਿਊਕਲੀਅਰ ਪਾਵਰ ਬਣ ਜਾਂਦਾ ਤਾਂ ਭਾਰਤ ਦੀ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਕਿਉਂਕਿ ਚੀਨ ਤੋਂ ਜੰਗ ਹਾਰੇ ਸਿਰਫ 2 ਸਾਲ ਹੋਏ ਸੀ ਤੇ ਹਜੇ ਵੀ ਭਾਰਤ ਦੀ ਜ਼ਮੀਨ ਦੇ ਉੱਪਰ ਚੀਨ ਦਾ ਕਬਜ਼ਾ ਸੀ। ਇਸੇ ਗੱਲ ਦੇ ਕਰਕੇ ਭਾਰਤ ਦੀ ਸਰਕਾਰ ਵੀ ਨਿਊਕਲੀਅਰ ਬੰਬ ਬਣਾਉਣ ਦੀ ਲਗਾਤਾਰ ਤਿਆਰੀ ਕਰਨੀ ਸ਼ੁਰੂ ਕਰ ਦਿੰਦੀ ਆ। ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਤੇ ਭਾਰਤ ਦੇ ਨਿਊਕਲੀਅਰ ਫਾਦਰ ਕਹੇ ਜਾਣ ਵਾਲੇ ਹੋਮੀ ਜਹਾਂਗੀਰ ਬਾਬਾ ਇਹ ਲਗਾਤਾਰ ਨਿਊਕਲੀਅਰ ਬੰਬ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। एटम बम के डर से कोई हमारे देश को झुकाना चाहे, दबाना चाहे, ये देश हमारा दबने वाला नहीं। ਪਰ ਇਸੇ ਹੀ ਸਮੇਂ ਜਦੋਂ ਹੀ ਪੂਰੀ ਦੁਨੀਆ ਨੂੰ ਲੱਗਦਾ ਕਿ ਭਾਰਤ ਵੀ ਆਪਦਾ ਨਿਊਕਲੀਅਰ ਟੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਅਮਰੀਕਾ ਤੇ ਦੂਜੇ ਜਿਹੜੇ ਪਾਵਰਫੁਲ ਦੇਸ਼ ਸੀ ਜਿਨ੍ਹਾਂ ਦੇ ਕੋਲ ਕਿ ਆਲਰੇਡੀ ਨਿਊਕਲੀਅਰ ਬੰਬ ਸੀ ਉਹ ਇੱਕ ਟ੍ਰੀਟੀ ਲੈ ਕੇ ਆਉਂਦੇ ਤੇ ਇਸ ਟ੍ਰੀਟੀ ਦੇ ਅਕੋਰਡਿੰਗ ਜਿੰਨੇ ਵੀ ਦੇਸ਼ ਜਿਹੜੇ ਕਿ ਨਿਊਕਲੀਅਰ ਪਾਵਰ ਨਹੀਂ ਉਹ ਆਪਦਾ ਨਿਊਕਲੀਅਰ ਬੰਬ ਨਹੀਂ ਟੈਸਟ ਕਰ ਸਕਦੇ ਕਿਉਂਕਿ ਦੁਨੀਆ ਦੇ ਜਿਹੜੇ ਸੁਪਰ ਪਾਵਰ ਦੇਸ਼ ਸੀ ਉਹਨਾਂ ਦੇ ਕੋਲ ਆਲਰੇਡੀ ਨਿਊਕਲੀਅਰ ਬੰਬ ਆ ਗਿਆ ਸੀ ਤਾਂ ਉਹ ਦੂਜੇ ਛੋਟੇ ਦੇਸ਼ਾਂ ਦੇ ਉੱਪਰ ਦਬਾਅ ਬਣਾ ਰਹੇ ਸੀ ਕਿ ਹੁਣ ਉਹ ਆਪਦਾ ਨਿਊਕਲੀਅਰ ਬੰਬ ਦੇ ਲਈ ਟੈਸਟਿੰਗ ਨਹੀਂ ਕਰ ਸਕਦੇ ਤੇ ਇਹ ਜਿਹੜੇ ਨਿਊਕਲੀਅਰ ਪਾਵਰ ਵਾਲੇ ਦੇਸ਼ ਸੀ ਇਹਨਾਂ ਨੇ ਆਪਦੇ ਵਿੱਚ ਇੱਕ ਸਮਝੌਤਾ ਕੀਤਾ ਕਿ ਜਿੰਨੇ ਵੀ ਨਾਨ ਨਿਊਕਲੀਅਰ ਦੇਸ਼ ਆ ਇਹਨਾਂ ਨੂੰ ਕੋਈ ਵੀ ਅਜਿਹੀ ਟੈਕਨੀਕ ਨਹੀਂ ਉਹ ਦੇਣਗੇ ਜਿਹਦੇ ਕਰਕੇ ਦੂਜੇ ਦੇਸ਼ ਵੀ ਆਪਦਾ ਨਿਊਕਲੀਅਰ ਟੈਸਟ ਕਰ ਸਕਣ। ਦੇਖਣ ਨੂੰ ਤਾਂ ਇਹ ਗੱਲ ਬੜੀ ਹਾਸੋਹੀਣ ਲੱਗਦੀ ਸੀ ਕਿ ਉਹ ਦੇਸ਼ ਜਿਨ੍ਹਾਂ ਦੇ ਕੋਲ ਆਲਰੇਡੀ ਨਿਊਕਲੀਅਰ ਬੰਬ ਆ ਉਹ ਦੂਜੇ ਦੇਸ਼ਾਂ ਨੂੰ ਸਮਝਾ ਰਿਹਾ ਕਿ ਉਹ ਨਿਊਕਲੀਅਰ ਟੈਸਟ ਨਾ ਕਰਨ ਪਰ ਅਮਰੀਕਾ ਦਾ ਦਬਕਾ ਸੀ। ਇਸੇ ਹੀ ਗੱਲ ਦੇ ਕਰਕੇ ਅਮਰੀਕਾ ਤੋਂ ਡਰਦੇ ਤਕਰੀਬਨ 191 ਦੇਸ਼ ਸਿੱਧੇ ਹੀ ਇਸ ਟ੍ਰੀਟੀ ਦੇ ਉੱਪਰ ਸਾਈਨ ਕਰ ਦਿੰਦੇ ਆ ਕਿ ਉਹ ਇਸ ਤੋਂ ਬਾਅਦ ਨਿਊਕਲੀਅਰ ਟੈਸਟ ਨਹੀਂ ਕਰਨਗੇ। ਪਰ ਭਾਰਤ, ਪਾਕਿਸਤਾਨ ਤੇ ਇਜ਼ਰਾਈਲ 3 ਅਜਿਹੇ ਦੇਸ਼ ਸੀ ਜਿਨ੍ਹਾਂ ਨੇ ਕਿ ਇਸ ਟ੍ਰੀਟੀ ਦੇ ਉੱਪਰ ਸਾਈਨ ਨਹੀਂ ਕੀਤਾ।
ਕੀਤੇ, ਕਿਉਂਕਿ ਭਾਰਤ ਦੇ ਉੱਪਰ ਲਗਾਤਾਰ ਅਮਰੀਕਾ ਇਹ ਗੱਲ ਦਾ ਦਬਾਅ ਬਣਾ ਰਿਹਾ ਸੀ ਕਿ ਉਹ ਵੀ ਇਸ ਟ੍ਰੀਟੀ ਦੇ ਉੱਪਰ ਸਾਈਨ ਕਰਨ। ਤਾਂ ਭਾਰਤ ਦੀ ਸਰਕਾਰ ਇੱਕ ਬਹੁਤ ਵਧੀਆ ਆਫਰ ਲੈ ਕੇ ਆਉਂਦੀ, ਇਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਜਿਹੜੇ ਇਹ ਸਾਰੇ ਨਿਊਕਲੀਅਰ ਪਾਵਰ ਵਾਲੇ ਦੇਸ਼ ਨੇ, ਇਹ ਜਿੰਨੇ ਵੀ ਇਹਨਾਂ ਦੇ ਕੋਲ ਆਪਦੇ ਨਿਊਕਲੀਅਰ ਬੰਬ ਨੇ ਉਹਨਾਂ ਸਾਰਿਆਂ ਨੂੰ ਡਿਫਿਊਜ਼ ਕਰ ਦੇਣ, ਜਾਨੀ ਕਿ ਉਹਨਾਂ ਨੂੰ ਸਾਰਿਆਂ ਨੂੰ ਸੁੱਟ ਦੇਣ, ਤੇ ਉਦੋਂ ਬਾਅਦ ਭਾਰਤ ਇਸ ਟ੍ਰੀਟੀ ਦੇ ਉੱਪਰ ਸਾਈਨ ਕਰ ਦੂਗਾ। ਕਿਉਂਕਿ ਇਹ ਦੁਨੀਆ ਦੇ 5 ਪਾਵਰਫੁਲ ਦੇਸ਼ਾਂ ਦੇ ਕੋਲ ਨਿਊਕਲੀਅਰ ਬੰਬ ਸੀ, ਤਾਂ ਕਰਕੇ 5 ਦੇ 5 ਦੇਸ਼ ਇਹ ਆਫਰ ਨੂੰ ਠੁਕਰਾ ਦਿੰਦੇ ਆ। ਤਾਂ ਕਰਕੇ ਭਾਰਤ ਇਸ ਟ੍ਰੀਟੀ ਦੇ ਉੱਪਰ ਸਾਈਨ ਨਹੀਂ ਕਰਦਾ ਤੇ ਲਗਾਤਾਰ ਆਪਦਾ ਨਿਊਕਲੀਅਰ ਬੰਬ ਬਣਾਉਣ ਦੇ ਲਈ ਟਰਾਈ ਕਰਦਾ ਰਹਿੰਦਾ, ਕਿਉਂਕਿ ਭਾਰਤ ਦੀ ਫੌਜ ਤੇ ਭਾਰਤ ਦੀ ਇੰਟੈਲੀਜੈਂਸ ਨੂੰ ਲਗਾਤਾਰ ਇਹ ਖਬਰਾਂ ਮਿਲ ਰਹੀਆਂ ਸੀ ਕਿ ਪਾਕਿਸਤਾਨ ਦੀ ਮਦਦ ਕਰ ਰਿਹਾ ਚੀਨ, ਤਾਂ ਕਿ ਪਾਕਿਸਤਾਨ ਵੀ ਇੱਕ ਨਿਊਕਲੀਅਰ ਦੇਸ਼ ਬਣ ਸਕੇ। ਤਾਂ ਕਰਕੇ ਭਾਰਤ ਦੀ ਸਰਕਾਰ ਦੇ ਅੱਗੇ ਇਹ ਬਹੁਤ ਵੱਡੀ ਚੁਣੌਤੀ ਸੀ ਕਿ ਪਾਕਿਸਤਾਨ ਤੋਂ ਤਾਂ ਪਹਿਲਾਂ ਉਹਨਾਂ ਨੂੰ ਸ਼ਾਇਦ ਇੱਕ ਨਿਊਕਲੀਅਰ ਸਟੇਟ ਬਣਨਾ ਪਊਗਾ, ਤਾਂ ਹੀ ਪਾਕਿਸਤਾਨ ਤੇ ਚੀਨ ਵਰਗੇ ਗਵਾਂਢੀ ਦੇਸ਼ਾਂ ਦੇ ਨਾਲ ਭਾਰਤ ਨਜਿੱਠ ਸਕਦਾ। ਇਸੇ ਹੀ ਗੱਲ ਦੇ ਕਰਕੇ ਭਾਰਤ ਦੀ ਸਰਕਾਰ ਬੜੀ ਤੇਜ਼ੀ ਦੇ ਨਾਲ ਇਸ ਨਿਊਕਲੀਅਰ ਟੈਸਟ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ, ਕਿਉਂਕਿ ਪਾਕਿਸਤਾਨ ਦੀ ਸਰਕਾਰ ਨੂੰ ਵੀ ਪਤਾ ਸੀ ਕਿ ਭਾਰਤ ਦੀ ਸਰਕਾਰ ਇੱਕ ਨਿਊਕਲੀਅਰ ਬੰਬ ਬਣਾਉਣ ਦੇ ਉੱਪਰ ਕੰਮ ਕਰ ਰਹੀ ਆ। ਇਸੇ ਗੱਲ ਦੇ ਕਰਕੇ ਪਾਕਿਸਤਾਨ ਵੀ ਚੋਰੀ ਛੁਪੇ ਆਪਦਾ ਨਿਊਕਲੀਅਰ ਟੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤੇ ਤੁਸੀਂ ਕਹਿ ਸਕਦੇ ਆ ਕਿ ਦੋਨੇ ਦੇਸ਼ਾਂ ਦੇ ਵਿੱਚ ਇੱਕ ਰੇਸ ਲੱਗੀ ਹੋਈ ਸੀ ਕਿ ਕਿਹੜਾ ਦੇਸ਼ ਪਹਿਲਾਂ ਨਿਊਕਲੀਅਰ ਪਾਵਰ ਬਣਦਾ। ਪਰ ਇਹ ਜਿਹੜਾ ਨਿਊਕਲੀਅਰ ਪਾਵਰ ਬਣਨ ਵਾਲਾ ਰਸਤਾ ਸੀ, ਇਹ ਇੰਨਾ ਆਸਾਨ ਨਹੀਂ ਸੀ। ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਲਗਾਤਾਰ ਇਸ ਗੱਲ ਦੇ ਉੱਪਰ ਜ਼ੋਰ ਦੇ ਰਹੇ ਸੀ ਕਿ ਉਹਨਾਂ ਨੇ ਬਹੁਤ ਜਲਦੀ ਨਿਊਕਲੀਅਰ ਸਟੇਟ ਬਣਨਾ, ਜਿਹਦੇ ਕਰਕੇ ਉਹ ਇੰਡੀਆ ਦੇ ਨਿਊਕਲੀਅਰ ਫਾਦਰ ਕਹੇ ਜਾਣ ਵਾਲੇ ਹੋਮੀ ਜਹਾਂਗੀਰ ਬਾਬਾ ਦੀ ਮਦਦ ਲੈਂਦੇ ਆ। ਤੇ ਇਹ ਸਾਰੇ ਮਿਸ਼ਨ ਨੂੰ ਜਿਹੜਾ ਫੰਡਿੰਗ ਮਿਲਦੀ ਆ ਉਹ ਦਰਾਬਜੀ ਟਾਟਾ ਤੋਂ ਮਿਲਦੀ ਆ। ਉਹ ਲਗਾਤਾਰ ਇੰਡੀਆ ਦੀ ਸਰਕਾਰ ਦੀ ਸਪੋਰਟ ਕਰਦੇ ਆ ਤਾਂ ਕਿ ਇੰਡੀਆ ਵੀ ਇੱਕ ਨਿਊਕਲੀਅਰ ਕੰਟਰੀ ਬਣ ਸਕੇ। ਇੰਡੀਆ ਦੀ ਸਰਕਾਰ ਦਾ ਪਹਿਲੇ ਦਿਨ ਤੋਂ ਹੀ ਇੱਕੋ ਮਕਸਦ ਸੀ ਕਿ ਨਿਊਕਲੀਅਰ ਪਾਵਰ ਤਾਂ ਬਣਨਾ, ਪਰ ਸਿਰਫ ਪੀਸਫੁਲ ਪਰਪਸ ਦੇ ਲਈ, ਯਾਨੀ ਕਿ ਜੇਕਰ ਕੋਈ ਦੇਸ਼ ਉਹਨਾਂ ਦੇ ਉੱਪਰ ਇੱਕ ਨਿਊਕਲੀਅਰ ਅਟੈਕ ਕਰਦਾ ਤਾਂ ਹੀ ਇੰਡੀਆ ਜਵਾਬ ਦੇ ਵਿੱਚ ਇੱਕ ਨਿਊਕਲੀਅਰ ਅਟੈਕ ਕਰੇਗਾ। ਕਿਸੇ ਵੀ ਦੇਸ਼ ਦੇ ਉੱਪਰ ਉਹ ਪਹਿਲਾਂ ਨਿਊਕਲੀਅਰ ਹਮਲਾ ਨਹੀਂ ਕਰੇਗਾ। ਤੇ ਸਾਲ 1965 ਦੇ ਵਿੱਚ ਇੰਡੀਆ ਨਿਊਕਲੀਅਰ ਪਾਵਰ ਬਣਨ ਦੇ ਇੰਨਾ ਕਿ ਨਜ਼ਦੀਕ ਸੀ ਕਿ ਇੱਕ ਇੰਟਰਵਿਊ ਦੇ ਵਿੱਚ ਹੋਮੀ ਜਹਾਂਗੀਰ ਬਾਬਾ ਇਹ ਦੱਸਦੇ ਆ ਕਿ ਜੇਕਰ ਉਹਨਾਂ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਸਰਕਾਰ ਤੋਂ ਤਾਂ ਅਗਲੇ 18 ਮਹੀਨਿਆਂ ਦੇ ਵਿੱਚ ਇੰਡੀਆ ਇੱਕ ਨਿਊਕਲੀਅਰ ਸਟੇਟ ਹੋਵੇਗਾ। ਤੇ ਜਦੋਂ ਹੀ ਇਸ ਬਿਆਨ ਦੇ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਭੁੱਟੋ ਨੂੰ ਪਤਾ ਲੱਗਦਾ ਤਾਂ ਉਹ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਦੇ ਲੋਕ ਘਾਹ ਖਾ ਲੈਣਗੇ, ਪਾਕਿਸਤਾਨ ਦੇ ਲੋਕ ਭੁੱਖੇ ਰਹਿ ਲੈਣਗੇ, ਪਰ ਜੇਕਰ ਇੰਡੀਆ ਇੱਕ ਨਿਊਕਲੀਅਰ ਪਾਵਰ ਦੇਸ਼ ਬਣੇਗਾ ਤਾਂ ਪਾਕਿਸਤਾਨ ਦੇ ਕੋਲ ਵੀ ਆਪਦਾ ਇੱਕ ਨਿਊਕਲੀਅਰ ਬੰਬ ਹੋਵੇਗਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਦੋਨੇ ਦੇਸ਼ਾਂ ਦੇ ਵਿੱਚ ਇੱਕ ਕੋਲਡ ਵਾਰ ਚੱਲ ਰਹੀ ਸੀ ਨਿਊਕਲੀਅਰ ਪਾਵਰ ਬਣਨ ਨੂੰ ਲੈ ਕੇ। ਪਰ ਇਸ ਇੰਟਰਵਿਊ ਦੇ ਸਹੀ 3 ਮਹੀਨਿਆਂ ਬਾਅਦ ਭਾਰਤ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ, ਜਿਹੜਾ ਕਿ ਨਿਊਕਲੀਅਰ ਪਾਵਰ ਬਣਨ ਦੀ ਗੱਲ ਕਰਦਾ ਸੀ, ਜਦੋਂ ਹੀ ਉਹ ਰਸ਼ੀਆ ਦੇ ਤਾਸ਼ਕੰਦ ਦੇ ਵਿੱਚ ਜਾਂਦਾ ਤਾਂ ਉਹਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ। ਸਹੀ ਉਹੀ ਜਨਵਰੀ 1966 ਦੇ ਸਹੀ ਸੇਮ ਮਹੀਨੇ ਦੇ ਵਿੱਚ ਹੀ ਹੋਮੀ ਜਹਾਂਗੀਰ ਬਾਬਾ ਦੀ ਵੀ ਇੱਕ ਪਲੇਨ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ। ਯਾਨੀ ਕਿ ਦੋਨੇ ਉਹ ਇਨਸਾਨ ਜਿਹੜੇ ਇੰਡੀਆ ਨੂੰ ਨਿਊਕਲੀਅਰ ਪਾਵਰ ਬਣਾਉਣ ਦੀ ਗੱਲ ਕਰਦੇ ਸੀ, ਦੋਨਾਂ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ। ਤੇ ਲਾਲ ਬਹਾਦਰ ਸ਼ਾਸਤਰੀ ਦੇ ਬਾਰੇ ਇੱਕ ਬਹੁਤ ਹੀ ਵਧੀਆ ਵੀਡੀਓ ਬਣਾਈ ਆ ਆਪਾਂ, ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਉਹਦੇ ਤੇ ਕਲਿੱਕ ਕਰਕੇ ਜਰੂਰ ਦੇਖੋ ਕਿ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਤਾਸ਼ਕੰਦ ਦੇ ਵਿੱਚ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ। ਤੇ ਜੇਕਰ ਹੁਣ ਆਪਾਂ ਆਪਣੀ ਕਹਾਣੀ ਤੇ ਵਾਪਸ ਆਈਏ ਤਾਂ ਇਹਨਾਂ ਦੋਨੇ ਮੌਤਾਂ ਤੋਂ ਬਾਅਦ ਭਾਰਤ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਸੀ ਉਹ ਥੋੜੇ ਸਮੇਂ ਦੇ ਲਈ ਰੁਕ ਜਾਂਦਾ ਤੇ ਇੰਨੇ ਹੀ ਸਮੇਂ ਦੇ ਵਿੱਚ ਸਾਲ 1971 ਦੇ ਵਿੱਚ ਭਾਰਤ ਦੀ ਪਾਕਿਸਤਾਨ ਦੇ ਨਾਲ ਫਿਰ ਤੋਂ ਜੰਗ ਲੱਗ ਜਾਂਦੀ ਆ, ਜਿਹਦੇ ਵਿੱਚ ਕਿ ਭਾਰਤ ਪਾਕਿਸਤਾਨ ਨੂੰ ਹਰਾ ਕੇ ਇੱਕ ਨਵਾਂ ਦੇਸ਼ ਬਣਾਉਂਦਾ ਬੰਗਲਾਦੇਸ਼। ਹਾਲਾਂਕਿ ਇਹ ਜੰਗ ਭਾਰਤ ਜਿੱਤ ਗਿਆ ਸੀ, ਪਰ ਭਾਰਤ ਦੀ ਸਰਕਾਰ ਨੂੰ ਬੜੀ ਚੰਗੀ ਤਰ੍ਹਾਂ ਪਤਾ ਸੀ ਕਿ ਇਸ ਤਰੀਕੇ ਦੀਆਂ ਜੰਗਾਂ ਨੂੰ ਜੇਕਰ ਰੋਕਣਾ ਤਾਂ ਉਹਨਾਂ ਨੂੰ ਨਿਊਕਲੀਅਰ ਪਾਵਰ ਦੇ ਉੱਪਰ ਫਿਰ ਤੋਂ ਕੰਮ ਕਰਨਾ ਪਊ। ਇਸੇ ਹੀ ਗੱਲ ਦੇ ਕਰਕੇ ਭਾਰਤ ਦੀ ਅਗਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਭਾਰਤ ਦੇ ਅਫੀਸ਼ੀਅਲਸ ਨੂੰ ਹਰੀ ਝੰਡੀ ਦੇ ਦਿੰਦੀ ਹੈ ਕਿ ਉਹ ਨਿਊਕਲੀਅਰ ਪਾਵਰ ਦੇ ਉੱਪਰ ਕੰਮ ਕਰਨ, ਜਿਹਦੇ ਨਤੀਜੇ ਦੇ ਵਜੋਂ ਸਹੀ 2 ਸਾਲਾਂ ਦੇ ਬਾਅਦ ਭਾਰਤ ਪੋਖਰਨ ਦੇ ਵਿੱਚ ਆਪਦੇ ਨਿਊਕਲੀਅਰ ਟੈਸਟ ਕਰਦਾ। ਪਰ ਇਹ ਜਿਹੜੇ ਨਿਊਕਲੀਅਰ ਟੈਸਟ ਸੀ ਇਹ ਸਿਰਫ ਪਾਵਰ ਦੇ ਲਈ ਕੀਤੇ ਗਏ ਸੀਗੇ, ਯਾਨੀ ਕਿ ਇਹਨਾਂ ਤੋਂ ਇਲੈਕਟ੍ਰਿਸਿਟੀ ਜਨਰੇਟ ਕਰਨੀ ਸੀਗੀ, ਹੋਰ ਇਹਨਾਂ ਦਾ ਕੋਈ ਵੀ ਮਕਸਦ ਨਹੀਂ ਸੀ। ਪਰ ਜਦੋਂ ਹੀ ਭਾਰਤ ਇਹ ਨਿਊਕਲੀਅਰ ਟੈਕਨੋਲੋਜੀ ਨੂੰ ਨਿਊਕਲੀਅਰ ਵੈਪਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਸਮੇਂ ਫਿਰ ਤੋਂ ਇੱਕ ਰੋਕ ਆਉਂਦੀ ਆ। ਪਹਿਲਾਂ ਤਾਂ ਭਾਰਤ ਦੇ ਵਿੱਚ ਐਮਰਜੈਂਸੀ ਲੱਗ ਜਾਂਦੀ ਆ, ਭਾਰਤ ਦੇ ਲੋਕਾਂ ਦੇ ਉੱਪਰ ਕਾਫੀ ਜ਼ੁਲਮ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਭਾਰਤ ਦੀ ਸਰਕਾਰ ਡਿੱਗ ਜਾਂਦੀ ਆ ਤੇ ਇਹਦੇ ਤੋਂ ਬਾਅਦ ਇਹ ਜਿਹੜਾ ਨਿਊਕਲੀਅਰ ਪ੍ਰੋਗਰਾਮ ਸੀ ਇਹ ਆਉਣ ਵਾਲੇ ਅਗਲੇ 20 ਸਾਲਾਂ ਤੱਕ ਰੁਕ ਜਾਂਦਾ। ਸਾਲ 1995 ਤੱਕ ਨਿਊਕਲੀਅਰ ਪਾਵਰ ਦੇ ਉੱਪਰ ਬਿਲਕੁਲ ਵੀ ਕੰਮ ਨਹੀਂ ਕੀਤਾ ਜਾਂਦਾ ਤੇ ਇੰਨੇ ਲੰਮੇ ਸਾਲਾਂ ਦੇ ਦੌਰਾਨ ਭਾਰਤ ਦੀ ਫੌਜ ਤੇ ਭਾਰਤ ਦੀ ਇੰਟੈਲੀਜੈਂਸ ਨੂੰ ਲਗਾਤਾਰ ਫਿਰ ਤੋਂ ਰਿਪੋਰਟਾਂ ਮਿਲਣ ਲੱਗ ਜਾਂਦੀਆਂ ਕਿ ਇੱਕ ਵਾਰ ਫਿਰ ਤੋਂ ਚੀਨ ਪਾਕਿਸਤਾਨ ਦੀ ਮਦਦ ਕਰ ਰਿਹਾ ਨਿਊਕਲੀਅਰ ਬੰਬ ਬਣਾਉਣ ਦੇ ਲਈ, ਜਿਹਦੇ ਕਰਕੇ ਭਾਰਤ ਦੀ ਸਰਕਾਰ ਇੱਕ ਵਾਰ ਫਿਰ ਤੋਂ ਨਿਊਕਲੀਅਰ ਪ੍ਰੋਗਰਾਮ ਦੇ ਉੱਪਰ
ਕੰਮ ਕਰਨ ਦੇ ਬਾਰੇ ਸੋਚਦੀ ਆ। ਸਾਲ 1995 ਦੇ ਵਿੱਚ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਆਉਂਦੀ ਆ ਤਾਂ ਭਾਰਤ ਦੀ ਸਰਕਾਰ ਫਿਰ ਤੋਂ ਭਾਰਤ ਦੇ ਅਫੀਸ਼ੀਅਲਸ ਨੂੰ ਇੱਕ ਵਾਰ ਹਰੀ ਝੰਡੀ ਦੇ ਦਿੰਦੀ ਆ ਤਾਂ ਕਿ ਇਹ ਨਿਊਕਲੀਅਰ ਪਾਵਰ ਦੇ ਉੱਪਰ ਕੰਮ ਕੀਤਾ ਜਾਵੇ। ਤੇ ਜਦੋਂ ਹੀ ਇਹ ਭਾਰਤ ਦੇ ਸਾਇੰਟਿਸਟ ਪੋਖਰਨ ਦੇ ਵਿੱਚ ਜਾਂਦੇ ਆ ਤਾਂ ਕਿ ਉਹ ਨਿਊਕਲੀਅਰ ਬੰਬ ਬਣਾਉਣ ਦੇ ਲਈ ਟੈਸਟਿੰਗ ਕਰ ਸਕਣ ਤਾਂ ਅਮਰੀਕਾ ਇਸ ਚੀਜ਼ ਨੂੰ ਡਿਟੈਕਟ ਕਰ ਲੈਂਦਾ ਸੈਟੇਲਾਈਟ ਦੀ ਮਦਦ ਦੇ ਨਾਲ, ਜਿਹਦੇ ਕਰਕੇ ਉਹ ਸਾਰੀਆਂ ਫੋਟੋਆਂ ਪੋਸਟ ਕਰ ਦਿੰਦੇ ਆ ਤੇ ਭਾਰਤ ਦੀ ਸਰਕਾਰ ਦੇ ਉੱਪਰ ਲਗਾਤਾਰ ਦੂਜੇ ਦੇਸ਼ ਦਬਾਅ ਬਣਾਉਣ ਲੱਗ ਜਾਂਦੇ ਆ ਤੇ ਕਈ ਸੈਂਕਸ਼ਨਸ ਦੇ ਡਰ ਦੇ ਕਾਰਨ ਭਾਰਤ ਦੀ ਸਰਕਾਰ ਇਹ ਕੰਮ ਨੂੰ ਬੰਦ ਕਰ ਦਿੰਦੀ ਆ। ਤੇ ਫਿਰ ਜਦੋਂ ਸਾਲ 1998 ਦੇ ਵਿੱਚ ਮੈਜੋਰਟੀ ਦੇ ਨਾਲ ਵਾਪਸ ਤੋਂ ਅਟਲ ਬਿਹਾਰੀ ਵਾਜਪਾਈ ਇੰਡੀਆ ਦੇ ਪ੍ਰਧਾਨ ਮੰਤਰੀ ਬਣਦੇ ਆ ਤਾਂ ਪਹਿਲੇ ਦਿਨ ਤੋਂ ਹੀ ਉਹ ਇਹ ਨਿਊਕਲੀਅਰ ਟੈਸਟ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਉਹ ਭਾਰਤ ਦੇ ਸਾਇੰਟਿਸਟ ਨੂੰ ਕਹਿੰਦੇ ਆ ਕਿ ਉਹ ਬੜੇ ਹੀ ਗੁਪਤ ਤਰੀਕੇ ਦੇ ਨਾਲ ਇਸ ਮਿਸ਼ਨ ਦੇ ਉੱਪਰ ਕੰਮ ਕਰਨ ਤਾਂ ਕਿ ਅਮਰੀਕਾ ਨੂੰ ਇਹ ਗੱਲ ਦਾ ਪਤਾ ਨਾ ਲੱਗ ਸਕੇ। ਤੇ ਫਿਰ ਤਰੀਕ ਆਉਂਦੀ ਆ 8 ਅਪ੍ਰੈਲ 1998 ਜਦੋਂ ਭਾਰਤ ਦੇ ਸਾਇੰਟਿਸਟ APJ ਅਬਦੁਲ ਕਲਾਮ ਤੇ ਕਈ ਹੋਰ ਬਹੁਤ ਹੀ ਵਧੀਆ ਨਿਊਕਲੀਅਰ ਸਾਇੰਟਿਸਟ ਇਸ ਮਿਸ਼ਨ ਦੇ ਉੱਪਰ ਕੰਮ ਕਰਨ ਲੱਗ ਜਾਂਦੇ ਆ। ਬਹੁਤ ਹੀ ਕਲੈਵਰ ਟੀਮ ਤਿਆਰ ਕੀਤੀ ਜਾਂਦੀ ਹੈ ਇਸ ਮਿਸ਼ਨ ਨੂੰ ਕਰਨ ਦੇ ਲਈ ਤੇ ਇਸ ਮਿਸ਼ਨ ਨੂੰ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਜਿਵੇਂ ਕਿ ਕੋਈ ਮਿਲਟਰੀ ਆਪਦੀ ਪ੍ਰੈਕਟਿਸ ਕਰ ਰਹੀ ਹੋਵੇ। ਇਸੇ ਹੀ ਗੱਲ ਦੇ ਕਰਕੇ ਜਿੰਨੇ ਵੀ ਸਾਇੰਟਿਸਟ ਹੁੰਦੇ ਆ ਉਹਨਾਂ ਨੂੰ ਇਹ ਹੁਕਮ ਹੁੰਦਾ ਕਿ ਉਹਨਾਂ ਨੇ ਜੇਕਰ ਸਾਈਟ ਦੇ ਉੱਪਰ ਆਉਣਾ ਤਾਂ ਉਹਨਾਂ ਨੂੰ ਮਿਲਟਰੀ ਯੂਨੀਫਾਰਮ ਪਾਉਣੀ ਪੈਣੀ ਆ। ਤੇ ਇਸ ਤਰੀਕੇ ਦੇ ਨਾਲ ਆਉਣ ਵਾਲੇ ਅਗਲੇ 1 ਮਹੀਨੇ ਤੱਕ ਜਿੰਨੇ ਵੀ ਇਹ ਸਾਇੰਟਿਸਟ ਸੀ ਇਹ ਬੜੀ ਹੀ ਚਲਾਕੀ ਦੇ ਨਾਲ ਇੰਡੀਆ ਨੂੰ ਨਿਊਕਲੀਅਰ ਪਾਵਰ ਬਣਾਉਣ ਦੇ ਲਈ ਕੰਮ ਕਰਦੇ ਆ। ਪਰ ਲਗਾਤਾਰ ਅਮਰੀਕਾ ਭਾਰਤ ਦੇ ਉੱਪਰ ਦਬਾਅ ਬਣਾ ਰਿਹਾ ਸੀ, ਲਗਾਤਾਰ ਅਮਰੀਕਾ ਭਾਰਤ ਦੇ ਉੱਪਰ ਅੱਖ ਰੱਖ ਰਿਹਾ ਸੀ ਤਾਂ ਕਿ ਭਾਰਤ ਕਿਤੇ ਆਪਦਾ ਨਿਊਕਲੀਅਰ ਟੈਸਟ ਨਾ ਕਰ ਲੇ। ਇਸੇ ਹੀ ਗੱਲ ਦੇ ਕਰਕੇ ਉਹਨੇ ਆਪਦੇ ਸੈਟੇਲਾਈਟਸ ਨੂੰ ਖਾਸ ਕਰਕੇ ਇਸ ਪੋਖਰਨ ਏਰੀਆ ਦੇ ਉੱਪਰ ਲਗਾ ਕੇ ਰੱਖਿਆ ਹੋਇਆ ਸੀ। ਤੇ ਇਸ ਤਰੀਕੇ ਦੇ ਨਾਲ ਪਿਛਲੀ ਵਾਰੀ ਵਾਂਗੂ ਜੇਕਰ ਇੰਡੀਆ ਫਿਰ ਤੋਂ ਨਿਊਕਲੀਅਰ ਟੈਸਟ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਮਰੀਕਾ ਦੀ CIA ਨੂੰ ਪਤਾ ਲੱਗ ਸਕੇ ਤੇ ਅਮਰੀਕਾ ਦੀ ਸਰਕਾਰ ਤੋਂ ਫਿਰ ਤੋਂ ਦਬਾਅ ਬਣਾਇਆ ਜਾ ਸਕੇ ਤਾਂ ਕਿ ਇੰਡੀਆ ਆਪਦਾ ਨਿਊਕਲੀਅਰ ਟੈਸਟ ਨਾ ਕਰ ਸਕੇ। ਤੇ ਇੰਡੀਆ ਦੇ ਜਿਹੜੇ ਸਾਇੰਟਿਸਟ ਸੀ ਇਹ ਇਹਨਾਂ CIA ਦੇ ਏਜੰਟਸ ਤੋਂ ਵੀ ਚਲਾਕ ਸੀ। ਉਹਨਾਂ ਨੂੰ ਪਤਾ ਸੀ ਕਿ ਸੈਟੇਲਾਈਟ ਲਗਾਤਾਰ ਇੰਡੀਆ ਦੇ ਉੱਪਰ ਨਿਗਾਹ ਰੱਖ ਰਹੇ ਆ ਤਾਂ ਕਿ ਇੰਡੀਆ ਦੇ ਨਿਊਕਲੀਅਰ ਸਾਇੰਟਿਸਟ ਆਪਦਾ ਇਹ ਨਿਊਕਲੀਅਰ ਟੈਸਟ ਨਾ ਕਰ ਸਕਣ। ਤਾਂ ਕਰਕੇ ਉਹ ਪਹਿਲਾਂ ਇਹਨਾਂ ਸੈਟੇਲਾਈਟਸ ਨੂੰ ਹੀ ਚੈੱਕ ਕਰਦੇ ਆ ਕਿ ਕਿੰਨੇ ਟਾਈਮ ਤੇ ਇਹ ਪੋਖਰਨ ਰੀਜਨ ਦੇ ਉੱਪਰ ਆਉਂਦਾ, ਕਿਉਂਕਿ ਇੱਕ ਸੈਟੇਲਾਈਟ ਨੂੰ ਧਰਤੀ ਦਾ ਚੱਕਰ ਲਾ ਕੇ ਵਾਪਸ ਤੋਂ ਉਸ ਏਰੀਆ ਦੇ ਉੱਪਰ ਆਉਣ ਦੇ ਲਈ ਕਾਫੀ ਲੰਮਾ ਸਮਾਂ ਲੱਗਦਾ ਸੀ। ਤਾਂ ਉਹ ਜਿਹੜਾ ਟਾਈਮ ਮਿਲਦਾ ਸੀ ਉਸ ਟਾਈਮ ਦੇ ਵਿੱਚ ਇਹ ਸਾਇੰਟਿਸਟ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਹੀ ਉਹ ਸੈਟੇਲਾਈਟ ਵਾਪਸ ਤੋਂ ਉਸ ਏਰੀਆ ਦੇ ਉੱਪਰ ਆਉਣ ਵਾਲਾ ਹੁੰਦਾ ਸੀ ਤਾਂ ਉਹ ਸਾਈਟ ਨੂੰ ਇਸ ਤਰੀਕੇ ਦੇ ਨਾਲ ਹੀ ਕਰ ਦਿੰਦੇ ਸੀਗੇ ਕਿ ਇੱਥੇ ਦਾ ਕੁਝ ਵੀ ਕੰਮ ਨਹੀਂ ਹੋ ਰਿਹਾਗਾ, ਇੱਥੇ ਦਾ ਸਿਰਫ ਇੱਕ ਮਿਲਟਰੀ ਪ੍ਰੈਕਟਿਸ ਹੋ ਰਹੀ ਆ। ਤੇ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਇਹਨਾਂ ਸੈਟੇਲਾਈਟਸ ਤੋਂ ਬਚ ਕੇ ਭਾਰਤ ਦੀ ਸਰਕਾਰ ਤੇ ਭਾਰਤ ਦੇ ਨਿਊਕਲੀਅਰ ਸਾਇੰਟਿਸਟ ਇਹ ਨਿਊਕਲੀਅਰ ਬੰਬ ਬਣਾਉਣ ਦੇ ਉੱਪਰ ਕੰਮ ਕਰ ਰਹੇ ਸੀ। ਤੇ ਜਦੋਂ ਹੀ ਅਮਰੀਕਾ ਦੀ ਸਰਕਾਰ ਨੂੰ ਸ਼ੱਕ ਹੁੰਦਾ ਨਾ ਤੇ ਉਹ ਇੱਕ ਐਕਸਟਰਾ ਸੈਟੇਲਾਈਟ ਇਸ ਜਗ੍ਹਾ ਦੇ ਉੱਪਰ ਨਿਗਾਹ ਰੱਖਣ ਦੇ ਲਈ ਲਾ ਦਿੰਦੇ ਆ ਜਿਹਦਾ ਕਿ ਭਾਰਤ ਦੇ ਸਾਇੰਟਿਸਟ ਨੂੰ ਪਤਾ ਨਹੀਂ ਹੁੰਦਾ। ਤੇ ਕਿਉਂਕਿ ਭਾਰਤ ਦੀ ਸਰਕਾਰ ਦਾ ਇਹ ਦਬਾਅ ਸੀ ਇਹਨਾਂ ਨਿਊਕਲੀਅਰ ਸਾਇੰਟਿਸਟ ਦੇ ਉੱਪਰ ਕਿ ਜਲਦੀ ਤੋਂ ਜਲਦੀ ਨਿਊਕਲੀਅਰ ਟੈਸਟ ਕਰਨਾ, ਤਾਂ ਕਰਕੇ ਜਨਰੇਟਰਸ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਸੀ ਜਿਹਦੇ ਕਰਕੇ ਓਵਰਲੋਡਿੰਗ ਹੋਣ ਦੇ ਕਰਕੇ ਨਾ ਇੱਕ ਦਿਨ ਪਾਵਰ ਚਲੀ ਜਾਂਦੀ ਆ। ਤੇ ਉਸੇ ਹੀ ਦਿਨ ਅਮਰੀਕਾ ਨੇ ਆਪਦਾ ਸੈਟੇਲਾਈਟ ਲਾਇਆ ਸੀ ਦੂਜਾ। ਤੇ ਜਦੋਂ ਹੀ ਇਹ ਸੈਟੇਲਾਈਟ ਪੋਖਰਨ ਦੇ ਉੱਪਰੋਂ ਦੀ ਲੰਘਦਾ ਤਾਂ ਇਹ ਸੈਟੇਲਾਈਟ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਨੂੰ ਰਿਕਾਰਡ ਨਹੀਂ ਕਰਦਾ ਕਿਉਂਕਿ ਸਾਈਡ ਦੇ ਉੱਪਰ ਲਾਈਟ ਹੈ ਨਹੀਂ ਸੀਗੀ ਓਵਰਲੋਡਿੰਗ ਦੇ ਕਰਕੇ। ਤਾਂ ਭਾਰਤ ਇਸ ਤਰੀਕੇ ਦੇ ਨਾਲ ਐਕਸਪੋਜ਼ ਹੋਣ ਤੋਂ ਬਚ ਜਾਂਦਾ ਤੇ ਲਗਾਤਾਰ ਭਾਰਤ ਜਦੋਂ ਇਸ ਸਾਈਡ ਦੇ ਉੱਪਰ ਕੰਮ ਕਰਦਾ ਤਾਂ ਤਰੀਕ ਆਉਂਦੀ ਆ ਫਿਰ 11 ਮਈ 1998 ਜਿਸ ਦਿਨ ਤਕਰੀਬਨ ਸ਼ਾਮ ਦੇ 3 ਵਜੇ ਤੋਂ ਬਾਅਦ ਹੀ ਭਾਰਤ ਦੇ ਸਾਇੰਟਿਸਟ ਹਵਾ ਰੁਕਣ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਕਿ ਜਦੋਂ ਹੀ ਹਵਾ ਰੁਕੇ ਤਾਂ ਉਹ ਆਪਦੇ ਨਿਊਕਲੀਅਰ ਟੈਸਟ ਕਰ ਸਕਣ। ਹਵਾ ਦੇ ਰੁਕਣ ਦਾ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਜੇਕਰ ਹਵਾ ਮੰਨ ਲਓ ਪਾਕਿਸਤਾਨ ਵੱਲ ਹੁੰਦੀ ਤੇ ਰੇਡੀਏਸ਼ਨ ਫੈਲ ਜਾਂਦੀ ਤੇ ਪਾਕਿਸਤਾਨ ਦੇ ਵਿੱਚ ਜਾ ਕੇ ਇਹ ਡੈਮੇਜ ਕਰਦੀ ਤਾਂ ਇੰਡੀਆ ਦੀ ਸਰਕਾਰ ਦਾ ਬਹੁਤ ਕ੍ਰਿਟਿਸਿਜ਼ਮ ਹੋਣਾ ਸੀ। ਤਾਂ ਕਰਕੇ ਉਹ ਹਵਾ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਸੀ। ਤੇ ਜਦੋਂ ਹੀ 3:45 ਤੇ ਹਵਾ ਰੁਕਦੀ ਆ ਤਾਂ ਇੱਕ ਇੱਕ ਕਰਕੇ 3 ਬਲਾਸਟ ਕੀਤੇ ਜਾਂਦੇ ਆ ਜਿਨ੍ਹਾਂ ਦਾ ਕਿ ਨਾਂ ਹੁੰਦਾ ਸ਼ਕਤੀ 1, ਸ਼ਕਤੀ 2 ਤੇ ਸ਼ਕਤੀ 3। ਤੇ ਇਹਨਾਂ ਤਿੰਨੇ ਟੈਸਟ ਦੇ ਵਿੱਚ ਭਾਰਤ ਦੇ ਨਿਊਕਲੀਅਰ ਸਾਇੰਟਿਸਟ ਸਫਲ ਰਹਿੰਦੇ ਆ। ਬਹੁਤ ਹੀ ਵੱਡੇ ਲੈਵਲ ਤੇ ਧਮਾਕਾ ਕੀਤਾ ਜਾਂਦਾ ਤੇ ਫਿਰ 11 ਮਈ ਨੂੰ ਹੀ ਭਾਰਤ ਦੇ ਪ੍ਰਧਾਨ ਮੰਤਰੀ ਟੀਵੀ ਦੇ ਉੱਪਰ ਆ ਕੇ ਇੱਕ ਅਨਾਉਂਸਮੈਂਟ ਕਰਦੇ ਆ ਜਿਹਦੇ ਵਿੱਚ ਉਹ ਦੱਸਦੇ ਆ ਕਿ ਭਾਰਤ ਹੁਣ ਇੱਕ ਨਿਊਕਲੀਅਰ ਪਾਵਰ ਦੇਸ਼ ਬਣ ਗਿਆ। Today, at 15:45 hours, India conducted 3 underground nuclear tests in the Pokhran range. ਤੇ ਇਸ ਅਨਾਉਂਸਮੈਂਟ ਦੇ ਸਹੀ 2 ਦਿਨਾਂ ਬਾਅਦ 13 ਮਈ ਨੂੰ ਫਿਰ ਤੋਂ 2 ਨਿਊਕਲੀਅਰ ਟੈਸਟ ਕੀਤੇ ਜਾਂਦੇ ਆ। ਤੇ ਜਦੋਂ ਹੀ ਇਹ ਸਾਰੀ ਖਬਰ ਪੂਰੀ ਦੁਨੀਆ ਦੇ ਵਿੱਚ ਫੈਲਦੀ ਆ ਤਾਂ ਅਮਰੀਕਾ ਬੜਾ ਹੈਰਾਨ ਹੁੰਦਾ ਕਿ ਉਹਨਾਂ ਦੀ ਅੱਖ ਤੋਂ ਬਚ ਕੇ ਭਾਰਤ ਨੇ ਕਿਸ ਤਰੀਕੇ ਦੇ ਨਾਲ ਨਿਊਕਲੀਅਰ ਟੈਸਟ ਕਰ ਲਿਆ। ਤੇ ਲਗਾਤਾਰ ਭਾਰਤ ਦੇ ਉੱਪਰ ਦਬਾਅ ਬਣਾਉਂਦਾ ਫਿਰ ਅਮਰੀਕਾ, ਕਈ ਸੈਂਕਸ਼ਨ ਲਾਏ ਜਾਂਦੇ ਆ। ਪਰ ਆਉਣ ਵਾਲੇ ਕਈ ਸਾਲਾਂ ਦੇ ਬਾਅਦ ਹਰ ਇੱਕ ਚੀਜ਼ ਨਾਰਮਲ ਹੋ ਜਾਂਦੀ ਆ, ਸਾਰੇ ਦੇ ਸਾਰੇ ਸੈਂਕਸ਼ਨ ਚੱਕੇ ਜਾਂਦੇ ਆ। ਪਰ ਜਦੋਂ ਹੀ ਭਾਰਤ ਨੇ 11 ਮਈ ਨੂੰ ਇਹ ਆਪਦਾ ਨਿਊਕਲੀਅਰ ਟੈਸਟ ਕੀਤਾ ਸੀ ਨਾ, ਸਹੀ 2 ਵੀਕਾਂ ਦੇ ਬਾਅਦ ਭਾਰਤ ਦੇ ਇਸ ਟੈਸਟ ਤੋਂ
ਪਾਕਿਸਤਾਨ ਵੀ ਆਪਦਾ ਇੱਕ ਨਿਊਕਲੀਅਰ ਟੈਸਟ ਕਰਦਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਾਕਿਸਤਾਨ ਕਿੰਨਾ ਕਲੋਜ਼ ਸੀ ਇਹ ਨਿਊਕਲੀਅਰ ਟੈਸਟ ਕਰਨ ਦੇ ਤੇ ਕਿੰਨਾ ਪ੍ਰੈਸ਼ਰ ਸੀ ਭਾਰਤ ਦੇ ਸਾਇੰਟਿਸਟਾਂ ਦੇ ਉੱਪਰ ਕਿ ਉਹ ਜਲਦੀ ਤੋਂ ਜਲਦੀ ਭਾਰਤ ਨੂੰ ਇੱਕ ਨਿਊਕਲੀਅਰ ਪਾਵਰ ਬਣਾਉਣ। ਕਿਉਂਕਿ ਜੇਕਰ ਪਾਕਿਸਤਾਨ ਨਿਊਕਲੀਅਰ ਪਾਵਰ ਬਣ ਜਾਂਦਾ ਤੇ ਚੀਨ ਵੀ ਨਿਊਕਲੀਅਰ ਪਾਵਰ ਬਣ ਜਾਂਦਾ ਤਾਂ ਭਾਰਤ ਦੇ ਉੱਪਰ ਉਹ ਕਦੋਂ ਵੀ ਹਮਲਾ ਕਰ ਸਕਦੇ ਸੀ। ਤਾਂ ਇਸ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਨੇ ਬੜੀ ਹੀ ਬਹਾਦਰੀ ਦੇ ਨਾਲ ਤੇ ਭਾਰਤ ਦੇ ਸਾਇੰਟਿਸਟਾਂ ਨੇ ਬੜੀ ਹੀ ਚਲਾਕੀ ਦੇ ਨਾਲ ਇਹ ਨਿਊਕਲੀਅਰ ਪਾਵਰ ਦੇ ਉੱਪਰ ਕੰਮ ਕੀਤਾ ਤੇ ਭਾਰਤ ਨੂੰ ਇੱਕ ਨਿਊਕਲੀਅਰ ਤਾਕਤ ਦੇਸ਼ ਬਣਾਇਆ। ਤੇ ਇਹ ਤਾਂ ਵੀਡੀਓ ਸੀਗੀ ਕਿ ਕਿਸ ਤਰੀਕੇ ਦੇ ਨਾਲ ਭਾਰਤ ਨਿਊਕਲੀਅਰ ਪਾਵਰ ਦੇਸ਼ ਬਣਿਆ। ਪਰ ਭਾਰਤ ਦਾ ਉਹ ਪ੍ਰਧਾਨ ਮੰਤਰੀ ਜਿਹੜਾ ਕਿ ਨਿਊਕਲੀਅਰ ਪਾਵਰ ਬਣਨ ਦੀ ਗੱਲ ਕਰਦਾ ਸੀ, ਉਹਨੂੰ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਤਾਸ਼ਕੰਦ ਦੇ ਵਿੱਚ ਮਾਰ ਦਿੱਤਾ ਗਿਆ ਸੀ, ਉਹਦੇ ਬਾਰੇ ਜੇਕਰ ਤੁਸੀਂ ਵੀਡੀਓ ਦੇਖਣੀ ਹੈ ਤਾਂ ਆਹ ਵੀਡੀਓ ਤੇ ਕਲਿੱਕ ਕਰਕੇ ਜ਼ਰੂਰ ਦੇਖਿਓ। ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।